ਸਤਿ ਸ਼੍ਰੀ ਅਕਾਲ ਸਾਥੀਓ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਮੈਂ ਆਪਣੇ ਇਸ ਚੈਨਲ 'ਤੇ ਅੱਜ ਦੇ ਮੁੱਦੇ 'ਤੇ ਚਰਚਾ ਕਰਿਆ ਕਰਾਂਗਾ ਅਤੇ ਅੱਜ ਦੇ ਮੁੱਦੇ ਦਾ ਵਿਸ਼ਾ ਹੈ ਕੇਂਦਰ ਸਰਕਾਰ ਦੇ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ MSP ਦੇਣ ਦੇ ਦਾਅਵਿਆਂ ਦੀ ਸੱਚਾਈ। ਖੇਤੀ ਉਤੇਨ ਕਾਨੂੰਨ ਆਉਣ ਤੋਂ ਪਹਿਲਾਂ ਕਿਸਾਨਾਂ ਦੀਆਂ ਦੋ ਮੁੱਖ ਮੰਗਾਂ ਸਨ, ਫਸਲਾਂ ਦਾ ਸਵਾਮੀਨਾਥਨ MSP ਮਤਲਬ ਘੱਟੋ ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮਾਫੀ। ਪਰ ਬਦਲੇ 'ਚ ਕੇਂਦਰ ਸਰਕਾਰ ਨੇ 3 ਖੇਤੀ ਕਾਨੂੰਨ ਦੇ ਦਿੱਤੇ। ਕਿਸਾਨ ਜਥੇਬੰਦੀਆਂ ਕਈ ਮਹੀਨਿਆਂ ਤੋਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ। ਤਕਰੀਬਨ 50 ਤੋਂ ਜ਼ਿਆਦਾ ਕਿਸਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਦੇਸ਼ ਦੇ ਕੋਨੇ-ਕੋਨੇ ਤੋਂ ਨਾ ਕੇਵਲ ਕਿਸਾਨ ਸਗੋਂ ਸਮਾਜ ਦਾ ਹਰ ਵਰਗ ਇਸ ਅੰਦੋਲਨ ਨੂੰ ਹਮਾਇਤ ਦੇ ਰਿਹਾ ਹੈ। ਇਸ ਅੰਦੋਲਨ ਨੂੰ ਸਮਾਪਤ ਕਰਨ ਲਈ ਦੋਹਾਂ ਧੜਿਆਂ ਵਿੱਚ ਪਿਛਲੇ 1.5 ਮਹੀਨਿਆਂ ਤੋਂ ਕੋਈ 7 ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਹਜੇ ਤੱਕ ਕੋਈ ਵੀ ਨਤੀਜਾ ਨਹੀਂ ਨਿਕਲਿਆ। ਹੁਣ ਸਰਕਾਰ ਨੇ ਫਿਰ ਕੋਸ਼ਿਸ਼ ਕੀਤੀ ਹੈ ਕਿ 8 ਜਨਵਰੀ ਨੂੰ ਕਿਸਾਨ ਜਥੇਬੰਦੀ ਨਾਲ ਮੀਟਿੰਗ ਕਰਕੇ ਕੋਈ ਆਪਸੀ ਸਹਿਮਤੀ ਬਣ ਸਕੇ। ਉਮੀਦ ਹੈ ਕਿ ਕਿਸਾਨਾਂ ਦੇ ਅੰਦੋਲਨ ਨੂੰ ਬੂਰ ਪਵੇਗਾ ਅਤੇ ਸਰਕਾਰ ਵੀ ਕਿਸਾਨਾਂ ਦੇ ਮੁਤਾਬਿਕ ਇਸ ਬਿੱਲਾਂ ਨੂੰ ਵਾਪਸ ਲੈਣ ਜਾਂ ਸੋਧ ਕਰਨ ਦੀ ਸਹਿਮਤੀ ਬਣਾ ਸਕੇਗੀ। ਖੇਤੀਬਾੜੀ ਕਾਨੂੰਨ ਖਿਲਾਫ ਦੇਸ਼ ਵਿਆਪੀ ਚੱਲ ਰਹੇ ਅੰਦੋਲਨ ਦੇ ਵਿਚਕਾਰ ਇੱਕ ਵਾਰ ਫਿਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਸੁਰਖੀਆਂ ਵਿੱਚ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਹਾਲ ਹੀ ਵਿੱਚ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਾਂਗਰਸ ਦੀ ਅਗਵਾਈ ਵਾਲੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ UPA ਦੀ ਸਰਕਾਰ 8 ਸਾਲਾਂ ਤੋਂ ਸਵਾਮੀਨਾਥਨ ਕਮਿਸ਼ਨ ਵਜੋਂ ਜਾਣੇ ਜਾਂਦੇ ਕੌਮੀ ਕਿਸਾਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਵਿੱਚ ਅਸਫਲ ਰਹੀ ਸੀ, ਜਿਸ ਤੋਂ ਬਾਅਦ ਆਖਰਕਾਰ ਉਹਨਾਂ ਦੀ ਪਾਰਟੀ ਨੇ ਉਹਨਾਂ ਨੂੰ ਲਾਗੂ ਕਰ ਦਿੱਤਾ। 18 ਦਸੰਬਰ ਨੂੰ ਮੱਧ ਪ੍ਰਦੇਸ਼ ਵਿੱਚ ਇੱਕ ਕਾਨਫਰੰਸ ਨੂੰ ਸੰਬੋਧਨ ਕਰਦੇ ਪ੍ਰਧਾਨ ਮੰਤਰੀ ਜੀ ਨੇ ਕਿਸਾਨ ਅੰਦੋਲਨ ਦਾ ਜ਼ਿਕਰ ਕਰਦੇ ਕਿਹਾ, ਜਿਨ੍ਹਾਂ ਨੇ ਇਹ ਅੰਦੋਲਨ ਕਿਸਾਨਾਂ ਦੇ ਨਾਮ 'ਤੇ ਸ਼ੁਰੂ ਕੀਤਾ ਹੈ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇਹ ਸਭ ਤੋਂ ਵੱਡਾ ਸਬੂਤ ਹੈ ਕਿ ਇਹ ਲੋਕ ਕਿੰਨੇ ਬੇਰਹਿਮ ਹੋ ਸਕਦੇ ਹਨ। ਉਹਨਾਂ ਨੇ ਅੱਗੇ ਇਸ ਭਾਸ਼ਣ 'ਚ ਕਿਹਾ, ਇਹ ਲੋਕ 8 ਸਾਲਾਂ ਤੋਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਬੈਠੇ ਹਨ। ਕਿਸਾਨ ਪਹਿਲਾਂ ਵੀ ਅੰਦੋਲਨ ਕਰਦੇ ਸਨ, ਪਰ ਇਸ ਨਾਲ ਇਹ ਲੋਕ ਨਹੀਂ ਹਿੱਲੇ। ਉਹਨਾਂ ਨੂੰ ਇਹ ਸੁਨਿਸ਼ਚਿਤ ਕੀਤਾ ਕਿ ਉਹਨਾਂ ਦੀ ਸਰਕਾਰ ਨੂੰ ਕਿਸਾਨਾਂ 'ਤੇ ਜ਼ਿਆਦਾ ਖਰਚਾ ਨਹੀਂ ਕਰਨਾ ਪਵੇਗਾ, ਇਸ ਲਈ ਉਹਨਾਂ ਰਿਪੋਰਟ ਨੂੰ ਘੇਰ ਕੇ ਰੱਖਿਆ। ਸਾਡੀ ਸਰਕਾਰ ਕਿਸਾਨਾਂ ਨੂੰ ਸਮਰਪਿਤ ਹੈ ਅਤੇ ਕਿਸਾਨਾਂ ਨੂੰ ਅੰਨਦਾਤਾ ਮੰਨਦੀ ਹੈ। ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਸਾਡੀ ਸਰਕਾਰ ਨੇ ਲਾਗੂ ਕੀਤਾ, ਜਿਸ ਨਾਲ ਕਿਸਾਨਾਂ ਨੂੰ 1.5 ਗੁਣਾ ਲਾਗਤ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਗਿਆ। ਸਾਥੀਓ, ਹਾਲਾਂਕਿ ਪ੍ਰਧਾਨ ਮੰਤਰੀ ਦੇ ਦਾਅਵੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਦਰਜ ਕੀਤੇ ਤੱਥਾਂ 'ਤੇ ਖਰੇ ਨਹੀਂ ਉਤਰਦੇ। ਮੰਤਰਾਲੇ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਕੁੱਲ ਸਿਫਾਰਸ਼ਾਂ ਵਿੱਚੋਂ 201 ਨੂੰ ਲਾਗੂ ਕਰਨ ਦੀ ਯੋਜਨਾ ਬਣਾਈ। ਪ੍ਰਾਪਤ ਦਸਤਾਵੇਜ਼ ਦਰਸਾਉਂਦੇ ਹਨ ਕਿ ਸਰਕਾਰ ਨੇ ਜਿਹੜੀਆਂ 200 ਸਿਫਾਰਸ਼ਾਂ ਲਾਗੂ ਕਰਨ ਦਾ ਦਾਅਵਾ ਕੀਤਾ ਹੈ, ਉਹਨਾਂ ਵਿੱਚੋਂ ਸਿਰਫ 25 ਸਿਫਾਰਸ਼ਾਂ ਨੂੰ ਹੀ ਮੋਦੀ ਸਰਕਾਰ ਦੇ ਸਮੇਂ ਲਾਗੂ ਕੀਤਾ ਗਿਆ। ਬਾਕੀ ਦੀਆਂ 175 ਸਿਫਾਰਸ਼ਾਂ ਪਿਛਲੇ UPA ਸ਼ਾਸਨ ਦੌਰਾਨ ਲਾਗੂ ਕੀਤੀਆਂ ਗਈਆਂ ਸਨ। ਕੇਂਦਰ ਸਰਕਾਰ ਵੱਲੋਂ ਇਹ ਦਾਅਵੇ ਕਾਫੀ ਵਿਵਾਦਪੂਰਨ ਹਨ। ਇਸ ਮੁੱਦੇ ਨੂੰ ਅੱਗੇ ਤੋਰਨ ਤੋਂ ਪਹਿਲਾਂ ਮੈਂ ਸਵਾਮੀਨਾਥਨ ਕਮਿਸ਼ਨ ਬਾਰੇ ਪੜਾਅ-ਵਾਈਜ਼ ਦੱਸਾਂਗਾ। ਉੱਘੇ ਖੇਤੀਬਾੜੀ ਵਿਗਿਆਨੀ MS ਸਵਾਮੀਨਾਥਨ ਦੀ ਅਗਵਾਈ ਹੇਠ 18 ਨਵੰਬਰ 2004 ਨੂੰ ਰਾਸ਼ਟਰੀ ਕਿਸਾਨ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ। ਕਮਿਸ਼ਨ ਨੇ ਆਪਣੀ 5ਵੀਂ ਅਤੇ ਆਖਰੀ ਰਿਪੋਰਟ 4 ਅਕਤੂਬਰ 2006 ਨੂੰ ਸਰਕਾਰ ਨੂੰ ਸੌਂਪੀ। ਇਸ ਰਿਪੋਰਟ ਦਾ ਉਦੇਸ਼ ਖੇਤੀਬਾੜੀ ਦੇ ਤਰੀਕਿਆਂ ਵਿੱਚ ਇੱਕ ਵਿਆਪਕ ਅਤੇ ਟਿਕਾਊ ਤਬਦੀਲੀ ਲਿਆਉਣ ਤੋਂ ਇਲਾਵਾ ਖੇਤੀਬਾੜੀ ਨੂੰ ਆਮਦਨੀ ਅਤੇ ਰੁਜ਼ਗਾਰ ਦਾ ਸੋਮਾ ਬਣਾਉਣਾ ਹੈ। ਰਿਪੋਰਟ ਵਿੱਚ ਕਮਿਸ਼ਨ ਦੇ ਮੁੱਖ ਸਿਫਾਰਸ਼ਾਂ ਨੂੰ ਸ਼ਾਮਲ ਕਰਦਿਆਂ ਰਾਸ਼ਟਰੀ ਕਿਸਾਨ ਨੀਤੀ ਵੀ ਬਣਾਈ ਗਈ। ਇਸ ਵਿੱਚ 201 ਕਾਰਜ ਬਿੰਦੂ ਸੁਝਾਏ ਗਏ ਸਨ। ਉਹਨਾਂ ਦੇ ਅਮਲ ਦੀ ਨਿਗਰਾਨੀ ਲਈ ਇੱਕ ਅੰਤਰਿਮ ਕਮੇਟੀ ਵੀ ਬਣਾਈ ਗਈ। ਕਮੇਟੀ ਦਾ ਨਾਮ ਰੱਖਿਆ IMC। ਦਸਤਾਵੇਜ਼ਾਂ ਅਨੁਸਾਰ IPSC ਨੇ ਹੁਣ ਤੱਕ ਕੁੱਲ 8 ਮੀਟਿੰਗਾਂ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਸਿਰਫ
3 ਮੀਟਿੰਗਾਂ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਸਨ। ਇਸ ਦੀ ਪਹਿਲੀ ਮੀਟਿੰਗ 14 ਅਕਤੂਬਰ 2009 ਨੂੰ ਹੋਈ ਸੀ, ਜਿਨ੍ਹਾਂ 'ਚੋਂ ਸਿਰਫ 3 ਹੋਈ ਸੀ, ਜਿਸ ਵਿੱਚ 201 ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਰੂਪਰੇਖਾ ਦਾ ਪ੍ਰਸਤਾਵ ਦਿੱਤਾ ਗਿਆ ਸੀ। IMC ਦੀ ਦੂਜੀ ਬੈਠਕ 3 ਜੂਨ 2010 ਨੂੰ ਹੋਈ ਸੀ। ਉਸ ਸਮੇਂ ਤੱਕ 42 ਸਿਫਾਰਸ਼ਾਂ ਲਾਗੂ ਕਰ ਦਿੱਤੀਆਂ ਗਈਆਂ ਸਨ, ਜਦੋਂ ਕਿ 159 ਵਿਚਾਰ ਅਧੀਨ ਸਨ। ਅਤੇ ਕਮੇਟੀ ਦੀ ਤੀਜੀ ਬੈਠਕ ਜੂਨ 2012 ਵਿੱਚ ਹੋਈ ਸੀ ਅਤੇ ਉਸ ਸਮੇਂ ਤੱਕ 152 ਸਿਫਾਰਸ਼ਾਂ ਲਾਗੂ ਕੀਤੀਆਂ ਜਾ ਚੁੱਕੀਆਂ ਸਨ, ਜਦੋਂ ਕਿ 49 ਵਿਚਾਰ ਅਧੀਨ ਸਨ। ਇਸ ਦੀ ਚੌਥੀ ਅਤੇ ਪੰਜਵੀਂ ਮੀਟਿੰਗ ਕ੍ਰਮਵਾਰ ਸਤੰਬਰ 2013 ਅਤੇ ਜਨਵਰੀ 2014 ਵਿੱਚ ਹੋਈ ਸੀ। ਰਿਕਾਰਡ ਦੇ ਅਨੁਸਾਰ ਇਸ ਮਿਆਦ ਦੇ ਦੌਰਾਨ 25 ਹੋਰ ਸਿਫਾਰਸ਼ਾਂ ਲਾਗੂ ਕੀਤੀਆਂ ਗਈਆਂ ਸਨ। ਜਦੋਂ ਕਿ ਮੌਜੂਦਾ ਸਰਕਾਰ 2014 ਸੱਤਾ ਵਿੱਚ ਆਈ ਸੀ ਤਾਂ 201 ਐਕਸ਼ਨ ਪੁਆਇੰਟਾਂ ਵਿੱਚੋਂ 26 ਨੂੰ ਲਾਗੂ ਕਰਨਾ ਪਿਆ ਸੀ, ਜਿਨ੍ਹਾਂ ਵਿੱਚੋਂ 25 ਹੁਣ ਤੱਕ ਲਾਗੂ ਕੀਤੇ ਗਏ ਹਨ, ਇੱਕ ਪੈਂਡਿੰਗ ਹੈ। ਅਗਸਤ 2015 ਵਿੱਚ IMC ਦੀ 6ਵੀਂ ਬੈਠਕ ਹੋਈ। ਉਸ ਸਮੇਂ ਤੱਕ 17 ਹੋਰ ਸਿਫਾਰਸ਼ਾਂ ਨੂੰ ਲਾਗੂ ਕਰਨ 'ਤੇ ਵਿਚਾਰ ਕੀਤਾ ਗਿਆ ਸੀ, ਜਦੋਂ ਕਿ ਉਸ ਸਮੇਂ ਤੱਕ ਵੀ 9 ਪਹਿਲੂ ਪੈਂਡਿੰਗ ਸਨ। ਆਖਰੀ ਮੀਟਿੰਗ 8 ਅਪ੍ਰੈਲ 2019 ਨੂੰ ਹੋਈ ਸੀ। ਇਹ ਅੰਕੜੇ ਖੇਤੀਬਾੜੀ ਮੰਤਰੀ ਦੇ ਦਾਅਵਿਆਂ 'ਤੇ ਵੀ ਸਵਾਲ ਖੜੇ ਕਰਦੇ ਹਨ। ਉਹਨਾਂ ਨੇ ਦੈਨਿਕ ਭਾਸਕਰ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ, ਸਵਾਮੀਨਾਥਨ ਕਮੇਟੀ ਦੀਆਂ 201 ਸਿਫਾਰਸ਼ਾਂ ਵਿੱਚੋਂ 200 ਨੂੰ ਸਾਡੀ ਸਰਕਾਰ ਵਿੱਚ ਮੋਦੀ ਸਾਹਿਬ ਦੀ ਅਗਵਾਈ ਵਿੱਚ ਲਾਗੂ ਕੀਤਾ ਗਿਆ। ਹਾਲਾਂਕਿ ਉਪਰੋਕਤ ਪੇਸ਼ ਕੀਤੇ ਆંકੜਿਆਂ ਤੋਂ ਇਹ ਸਪਸ਼ਟ ਹੈ ਕਿ ਖੇਤੀਬਾੜੀ ਮੰਤਰਾਲੇ ਦੇ ਅਨੁਸਾਰ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਸਿਰਫ 25 ਸਿਫਾਰਸ਼ਾਂ ਹੀ ਲਾਗੂ ਕੀਤੀਆਂ ਗਈਆਂ ਸਨ। ਤੋਮਰ ਸਾਹਿਬ ਨੇ ਇਹ ਵੀ ਦਾਅਵਾ ਕੀਤਾ ਕਿ ਨਵੇਂ ਬਣਾਏ ਗਏ ਕਾਨੂੰਨ ਰਾਸ਼ਟਰੀ ਕਿਸਾਨੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਹੈ। ਹਾਲਾਂਕਿ ਕਿਸਾਨ ਉਤਪਾਦਨ ਵਪਾਰ ਅਤੇ ਵਣਜ ਐਕਟ 2020 ਦੇ ਪ੍ਰਸੰਗ ਵਿੱਚ, ਜੋ APMC ਦੇ ਬਾਹਰ ਖੇਤੀ ਉਤਪਾਦਾਂ ਦੀ ਖਰੀਦ ਅਤੇ ਵਿਕਰੀ ਦੀ ਆਗਿਆ ਦਿੰਦਾ ਹੈ, ਸਵਾਮੀਨਾਥਨ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਸਿਫਾਰਸ਼ ਕੀਤੀ ਸੀ ਕਿ ਉੱਥੇ APMC ਸਿਸਟਮ ਵਿੱਚ ਤਬਦੀਲੀ ਲਿਆਉਣ ਦੀ ਇੱਕ ਜ਼ਰੂਰੀ ਲੋੜ ਹੈ। ਕਮਿਸ਼ਨ ਨੇ ਧਿਆਨ ਦੇਣ ਵਾਲੀ ਗੱਲ ਹੈ, ਕਮਿਸ਼ਨ ਨੇ ਸਿਰਫ APMC ਸਿਸਟਮ ਵਿੱਚ ਤਬਦੀਲੀ ਲਿਆਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਸੀ, ਪਰ ਕਿਤੇ ਵੀ ਰਿਪੋਰਟ ਵਿੱਚ ਇਹ ਨਹੀਂ ਦੱਸਦੀ ਕਿ ਕੇਂਦਰ ਸਰਕਾਰ ਇਸ ਸੰਬੰਧੀ ਕੋਈ ਕਾਨੂੰਨ ਬਣਾ ਸਕਦੀ ਹੈ। ਕਮਿਸ਼ਨ ਨੇ ਇਸ ਦੇ ਬਜਾਏ ਰਾਜਾਂ ਨੂੰ ਆਪੋ ਆਪਣੇ APMC ਐਕਟ ਵਿੱਚ ਤਬਦੀਲੀ ਕਰਨ ਦੀ ਸਿਫਾਰਸ਼ ਕੀਤੀ ਸੀ। ਇਹਨਾਂ 201 ਸਿਫਾਰਸ਼ਾਂ ਵਿੱਚੋਂ APMC ਨਾਲ ਸੰਬੰਧਿਤ ਇੱਕ ਹੀ ਸਿਫਾਰਸ਼ ਨੂੰ ਮੰਡੀਆਂ ਵਿੱਚ ਲਗਾਏ ਟੈਕਸ ਨੂੰ ਸ਼ਾਮਲ ਕੀਤਾ ਸੀ। ਕਮਿਸ਼ਨ ਨੇ ਇਸ ਨੂੰ ਲਾਜ਼ਮੀ ਟੈਕਸ ਦੀ ਬਜਾਏ ਸਰਵਿਸ ਚਾਰਜ ਵਜੋਂ ਲਾਗੂ ਕਰਨ ਲਈ ਕਿਹਾ ਸੀ। ਚੱਲ ਰਹੇ ਖੇਤੀ ਅੰਦੋਲਨ ਵਿੱਚ ਕਿਸਾਨਾਂ ਦੀ ਇੱਕ ਹੋਰ ਮੰਗ ਇਹ ਰਹੀ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ਾਂ ਨੂੰ ਪੂਰਨ ਰੂਪ ਵਿੱਚ ਲਾਗੂ ਕੀਤਾ ਜਾਵੇ, ਖਾਸ ਕਰ ਲਾਗਤ 1.5 ਗੁਣਾ ਦੇ MSP ਸੰਬੰਧੀ ਸਿਫਾਰਸ਼ਾਂ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਉਹਨਾਂ ਨੇ ਇਸ ਵਿਵਸਥਾ ਨੂੰ ਲਾਗੂ ਕੀਤਾ ਹੈ। ਅੰਕੜੇ ਇਸ ਦੇ ਲਾਗੂ ਹੋਣ ਸੰਬੰਧੀ ਵੀ ਗੰਭੀਰ ਪ੍ਰਸ਼ਨ ਕਰਦੇ ਹਨ। ਸਾਥੀਓ, ਕਿਸਾਨਾਂ ਨੂੰ ਡਰ ਹੈ ਕਿ ਇਹਨਾਂ ਕਾਨੂੰਨਾਂ ਨਾਲ ਸਰਕਾਰ MSP ਪ੍ਰਦਾਨ ਕਰਨ ਦੇ ਸਥਾਪਿਤ ਪ੍ਰਣਾਲੀ ਨੂੰ ਖਤਮ ਕਰ ਰਹੀ ਹੈ। ਕਿਸਾਨਾਂ ਨੂੰ ਡਰ ਹੈ ਕਿ ਇਹਨਾਂ ਕਾਨੂੰਨਾਂ ਨਾਲ ਸਰਕਾਰ MSP ਪ੍ਰਦਾਨ ਕਰਨ ਦੇ ਸਥਾਪਿਤ ਪ੍ਰਣਾਲੀ ਨੂੰ ਖਤਮ ਕਰ ਰਹੀ ਹੈ ਅਤੇ ਇੱਕ ਵਾਰ ਇਸ 'ਤੇ ਲਾਗੂ ਹੋਣ ਜਾਣ 'ਤੇ ਕਿਸਾਨ ਵਪਾਰੀਆਂ ਦੇ ਰਹਿਮਾਂ 'ਤੇ ਆਉਣਗੇ। ਦੂਜੇ ਪਾਸੇ ਸਰਕਾਰ ਵਾਰ-ਵਾਰ ਇਹਨਾਂ ਦੋਸ਼ਾਂ ਦਾ ਖੰਡਨ ਕਰ ਰਹੀ ਹੈ ਅਤੇ ਇਸ ਦੀ ਬਜਾਏ ਨਵੇਂ ਕਾਨੂੰਨਾਂ ਨੂੰ ਇਤਿਹਾਸਕ ਖੇਤੀਬਾੜੀ ਸੁਧਾਰਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਖੇਤੀਬਾੜੀ ਉਤਪਾਦਾਂ ਦੀ ਵਿਕਰੀ ਲਈ ਇੱਕ ਵਿਕਲਪ ਪ੍ਰਣਾਲੀ ਤਿਆਰ ਕਰ ਰਹੇ ਹਨ। ਖੈਰ, ਸਰਕਾਰਾਂ ਹਮੇਸ਼ਾ ਆਪਣੇ ਆਪ ਨੂੰ ਵਡਾਉਂਦੀਆਂ ਆਈਆਂ ਹਨ ਅਤੇ ਵਿਰੋਧੀ ਧਿਰ ਹਮੇਸ਼ਾ ਸਰਕਾਰ ਦੇ ਭੰਡੀ ਕਰਦਾ ਰਹਿੰਦਾ ਹੈ, ਪਰ ਇਸ ਵੇਲੇ ਮਸਲਾ ਬਹੁਤ ਗੰਭੀਰ ਹੋ ਚੁੱਕਾ ਹੈ। ਮੈਂ ਹੁਣ ਅੱਗੇ ਇਹ ਦੱਸਣ ਦਾ ਯਤਨ ਕਰਾਂਗਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੀ MSP ਵਾਕਿਆ ਹੀ ਸਵਾਮੀਨਾਥਨ MSP C2 ਲਾਗਤ ਪਲੱਸ 50% ਹੈ ਜਾਂ ਕੁਝ ਹੋਰ। ਇਸ ਬਾਰੇ ਪੰਜਾਬੀ ਟ੍ਰਿਬਿਊਨ 2 ਜਨਵਰੀ ਨੂੰ ਵੀ ਵਿਸਥਾਰਪੂਰਵਕ ਰਣਜੀਤ ਸਿੰਘ ਘੁੰਮਣ ਜੀ ਨੇ ਆਪਣਾ ਲੇਖ ਦਿੱਤਾ ਸੀ, ਜਿਸ ਵਿੱਚ ਸਰਦਾਰ ਰਣਜੀਤ ਸਿੰਘ ਘੁੰਮਣ
ਪੰਜਾਬ ਸਰਕਾਰ ਦੁਆਰਾ ਇੱਕ ਕਿਸਾਨੀ ਸੰਕਟ ਦਾ ਅਧਿਐਨ ਕਰਨ ਲਈ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ 1968-69 ਅਤੇ 2007-8 ਦੇ ਸਮੇਂ ਦੌਰਾਨ ਜੋ ਕਣਕ ਅਤੇ ਝੋਨੇ ਦੀ MSP ਥੋਕ ਕੀਮਤ ਸੂਚਕ ਅੰਕ ਨਾਲ ਜੋੜੀ ਜਾਂਦੀ ਤਾਂ ਪੰਜਾਬ ਦੇ ਕਿਸਾਨਾਂ ਨੇ 61,606 ਕਰੋੜ ਰੁਪਏ ਹੋਰ ਮਿਲਣੇ ਚਾਹੀਦੇ ਸਨ। ਪਰ ਜੇ ਸਵਾਮੀਨਾਥਨ MSP ਜਿਸ ਦੀ 2004-5 ਸਿਫਾਰਿਸ਼ ਕੀਤੀ ਗਈ ਸੀ ਦਿੱਤੀ ਜਾਂਦੀ ਤਾਂ ਨਾ ਕੇਵਲ ਪੰਜਾਬ ਦੇ ਬਲਕਿ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਵੀ ਹੁਣ ਤੱਕ ਕਈ ਲੱਖ ਕਰੋੜ ਦਾ ਫਾਇਦਾ ਹੋਣਾ ਸੀ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਸਾਰਣੀ ਇੱਕ ਵਿਖਾ ਰਿਹਾ ਕਿ ਸੋਨੀ ਫਸਲਾਂ ਦੀ ਕੀਮਤਾਂ ਅਤੇ ਲਾਗਤਾਂ ਦੇ ਬਾਰੇ ਥੋੜ੍ਹਾ ਕੰਪੈਰੀਜ਼ਨ ਕੀਤਾ ਗਿਆ, ਇਸ ਨੂੰ ਥੋੜ੍ਹਾ ਧਿਆਨ ਨਾਲ ਵੇਖਣਾ, ਫਿਰ ਆਪਾਂ ਉਹ 'ਚ ਵਿਸਤਾਰਪੂਰਵਕ ਗੱਲ ਕਰਾਂਗੇ। ਫਸਲਾਂ ਦੱਸੀ ਜਾਏਗੀ, ਇਹ 'ਚ A2 AFL ਅਤੇ 50% ਅਤੇ MSP ਕੀ ਹੈ, C2 ਕੀ ਹੈ, C2 ਪਲੱਸ 50% ਅਤੇ ਇਹਨਾਂ ਦੋਨਾਂ ਕਾਲਮਾਂ ਦੇ ਵਿੱਚ ਅੰਤਰ ਅਤੇ ਕਿੰਨੇ ਪ੍ਰਤੀਸ਼ਤ ਦਾ ਅੰਤਰ ਜਿਹੜਾ ਰਹਿੰਦਾ ਹੈ। ਸਭ ਤੋਂ ਪਹਿਲਾਂ ਜਿਹੜਾ ਝੋਨੇ ਦਾ ਹੀ ਹੈ, A2 ਪਲੱਸ 50% ਫਾਰਮੂਲੇ ਦੇ ਹਿਸਾਬ ਨਾਲ 1868 ਰੁਪਏ ਅਤੇ MSP ਸਰਕਾਰ ਨੇ 1868 ਹੀ ਦਿੱਤੀ ਸੀ ਅਤੇ C2 ਦੇ ਮੁਤਾਬਕ ਲਾਗਤ ਦੇ ਮੁਤਾਬਿਕ 1667 ਰੁਪਏ ਬਣਦੀ ਸੀ। ਪਰ ਜੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ C2 ਜਮ੍ਹਾਂ 50% ਦੇ ਹਿਸਾਬ ਨਾਲ MSP ਘੋਸ਼ਿਤ ਕੀਤੀ ਜਾਂਦੀ ਤਾਂ 2501 ਰੁਪਏ ਬਣਨੀ ਸੀ। ਇਸ ਦਾ ਸਾਫ਼ ਮਤਲਬ ਹੈ ਕਿ ਸਰਕਾਰ ਨੇ 2019-20 'ਚ ਸਵਾਮੀਨਾਥਨ ਕਮਿਸ਼ਨ ਦੀ ਫਾਰਮੂਲੇ ਦੇ ਮੁਤਾਬਿਕ 633 ਰੁਪਏ ਕਿਸਾਨਾਂ ਨੂੰ ਕੱਟ ਦਿੱਤੇ ਹਨ। ਮਤਲਬ 34% ਲਗਭਗ 34% ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਕੀਮਤ ਘੱਟ ਦਿੱਤੀ ਸੀ। ਇਸ ਤਰ੍ਹਾਂ ਜਵਾਰ 'ਚ 37%, ਬਾਜਰਾ, ਮੱਕੀ ਆ ਤੁਸੀਂ ਸਾਰੇ ਵੇਖਦੇ ਰਹੋ, ਇਹਦੇ ਬਾਰੇ ਅੱਗੇ ਵੀ ਆਪਾਂ ਵਿਸਤਾਰ 'ਚ ਮੈਂ ਤੁਹਾਨੂੰ ਗੱਲ ਕਰਾਂਗਾ ਅਤੇ ਸਾਰਾ ਡਾਟਾ ਤੁਹਾਨੂੰ ਆ ਜਿਹੜਾ ਵਾ ਕਿਤੋਂ ਮੈਂ ਆਪਣੇ ਵੱਲੋਂ ਨਹੀਂ ਬਣਾਇਆ ਗਿਆ, ਇਹ ਖੇਤੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਹੋਇਆ, ਉਹਨਾਂ ਦੀ ਵੈਬਸਾਈਟ 'ਤੇ ਵੀ ਮੌਜੂਦ ਹੈ, ਤੁਸੀਂ ਕਿਸੇ ਵੇਲੇ ਵੀ ਡਾਊਨਲੋਡ ਕਰਕੇ ਪੜ੍ਹ ਸਕਦੇ ਹੋ। ਰੌਂਗੀ, ਹਰ ਮੂੰਗ, ਇਸ ਵਿੱਚ ਵੀ ਕਰੋੜ 31% ਰੇਟ ਕਰ ਦਿੱਤਾ ਗਿਆ। ਮਾਹਾਂ ਦਾਲ, ਮੂੰਗਫਲੀ, ਸੋਇਆਬੀਨ, ਸੂਰਜਮੁਖੀ, ਤਿਲ, ਕਪਾਹ, ਇਹ ਸਾਰਾ ਡਾਟਾ ਖੇਤੀ ਲਾਗਤਾਂ ਕੀਮਤ ਕਮਿਸ਼ਨ ਭਾਰਤ ਸਰਕਾਰ ਦੇ ਵੈਬਸਾਈਟ 'ਤੇ ਉਪਲਬਧ ਹੈ। ਸਾਰਣੀ ਦੇ ਅਨੁਸਾਰ ਕਾਲਮ 5 ਵਿੱਚ ਫਸਲਾਂ ਦੀ C2 ਪ੍ਰਤੀਸ਼ਤ ਰਕਮ ਦਰਸਾਈ ਗਈ ਹੈ। ਸਪਸ਼ਟ ਹੈ ਕਿ C2 ਪਲੱਸ 50% ਵਾਲੀ ਰਾਸ਼ੀ A2 ਪਲੱਸ FL ਪਲੱਸ 50% ਆਧਾਰਿਤ MSP ਤੋਂ ਕਾਫੀ ਜ਼ਿਆਦਾ ਹੈ। ਜੇ C2 ਪਲੱਸ ਜਮ੍ਹਾਂ 50% ਆਧਾਰਿਤ MSP ਦਿੱਤੀ ਜਾਵੇ ਤਾਂ ਝੋਨੇ ਦੀ ਸਿਫਾਰਸ਼ ਕੀਤੀ MSP ਤੋਂ ਪ੍ਰਤੀ ਕੁਇੰਟਲ ਪਿੱਛੇ 633 ਰੁਪਏ ਜ਼ਿਆਦਾ ਹੋਣੇ ਚਾਹੀਦੇ ਹਨ। ਜਵਾਰ ਦੀ ਕੀਮਤ 'ਚ 970 ਰੁਪਏ ਪ੍ਰਤੀ ਕੁਇੰਟਲ ਦਾ ਫਰਕ ਹੈ। ਹਰ ਮੂੰਗ ਅਤੇ ਮਾਹਾਂ ਦੀ ਦਾਲਾਂ ਵਿੱਚ ਕੋਈ ਅੰਤਰ 2196 ਰੁਪਏ ਪ੍ਰਤੀ ਕੁਇੰਟਲ ਤੋਂ ਲੈ ਕੇ 2355 ਰੁਪਏ ਪ੍ਰਤੀ ਕੁਇੰਟਲ ਤੱਕ ਹੈ। ਇਸ ਤਰ੍ਹਾਂ ਮੂੰਗਫਲੀ, ਸੂਰਜਮੁਖੀ, ਸੋਇਆਬੀਨ ਦੀ ਕੀਮਤਾਂ 'ਚ ਵੀ 1390 ਰੁਪਏ ਪ੍ਰਤੀ ਕੁਇੰਟਲ ਦਾ ਅੰਤਰ, ਤਿਲਾਂ ਦੀ ਪ੍ਰਤੀ ਕੁਇੰਟਲ ਕੀਮਤ ਦਾ ਫਰਕ 2168 ਰੁਪਏ ਅਤੇ ਕਪਾਹ ਵਿੱਚ 1888 ਰੁਪਏ ਪ੍ਰਤੀ ਕੁਇੰਟਲ ਦਾ ਫਰਕ ਹੈ। ਇਸ ਤਰ੍ਹਾਂ ਮੱਕੀ ਅਤੇ ਰੌਂਗੀ ਦੀ ਕੀਮਤਾਂ 'ਚ 569 ਰੁਪਏ ਪ੍ਰਤੀ ਕੁਇੰਟਲ ਅਤੇ 850 ਰੁਪਏ ਪ੍ਰਤੀ ਕੁਇੰਟਲ ਦਾ ਅੰਤਰ ਹੈ। ਸਾਰਣੀ ਦੇ ਅਖੀਰਲੇ ਕਾਲਮ ਵਿੱਚ ਦੋਹਾਂ ਕੀਮਤਾਂ ਵਿੱਚ ਪ੍ਰਤੀਸ਼ਤ ਅੰਤਰ ਵੀ ਦਿਖਾਇਆ ਗਿਆ ਹੈ। ਸਭ ਤੋਂ 7ਵਾਂ ਕਾਲਮ ਜਿਹੜਾ ਇਹ ਅੰਤਰ 25.8% ਅਤੇ 39.25% ਵਿਚਕਾਰ ਹੈ। ਬਾਜਰੇ ਵਿੱਚ ਇਹ ਅੰਤਰ 8.51% ਭਾਵ ਇੰਨੇ ਪ੍ਰਤੀਸ਼ਤ MSP ਘੱਟ ਨਿਸ਼ਚਿਤ ਹੋਈ ਹੈ। ਇਸੇ ਤਰ੍ਹਾਂ ਹੀ ਸਾਉਣੀ ਤੋਂ ਬਾਅਦ ਹਾੜੀ ਦੀ ਸਾਰਣੀ ਵੀ ਵੈਬਸਾਈਟ 'ਤੇ ਪਈ ਹੋਈ ਹੈ। ਉਹ 'ਚ 2019 ਦੀ ਕੀਮਤਾਂ ਵਿੱਚ ਕੀ ਦਿੱਤਾ ਗਿਆ ਸੀ। ਸਾਡੇ ਵੱਲੋਂ ਕਣਕ ਜਿਹੜਾ 1299 ਸੀ, ਲਾਗਤ MSP ਜਿਹੜੀ 1840 ਰੁਪਏ, C2 1339 ਅਤੇ ਲਾਗਤ ਮੁੱਲ ਜਿਹੜੀ ਜੇ ਉਹਦੇ ਹਿਸਾਬ ਨਾਲ ਦਿੱਤੀ ਜਾਂਦੀ ਆਪਾਂ ਨੂੰ ਸਵਾਮੀਨਾਥਨ ਕਮਿਸ਼ਨ 'ਤੇ ਫਿਰ 2009 ਰੁਪਏ ਬਣਦੀ ਸੀ। ਇਸ ਤਰ੍ਹਾਂ ਇਸ ਦੇ ਵਿੱਚ ਵੀ ਸਾਨੂੰ 169 ਰੁਪਏ ਘੱਟ ਦਿੱਤੇ ਗਏ ਕਿਸਾਨਾਂ ਨੂੰ, ਮਤਲਬ 9.18% ਘੱਟ ਕਮਾਈ ਹੋਈ। ਇਸ ਤਰ੍ਹਾਂ ਬਾਕੀ ਫਸਲਾਂ ਜੌਂ,
चने, मसर, सरों ते तोरिया, ये सारियां भी जिन्नियां सारियां दो तुहानूं दस्सियां खेती लागतां ते कीमत कमीशन भारत सरकार अनुसार ही दित्तियां गईयां ने। इस च दो चीज़ां विच आ रही सी, A2 AFL मैं थोड़ा इन्हों भी तुहानूं समझा दिंदा कि किस तरह इन्होंने इनू प्रभावित किया कमीशन ने। तीन पद्धरां ते लागत दे मुੱਲ बनाए गए हैं। सब तो पहलों A2 का मतलब की है, जिस विच बीज, खाद, लेबर वर्गियां लागतां दे लागत मुੱਲ शामिल है। स्वामीनाथन कमीशन विच जिस तरह रेट फिक्स किए गए और दस्या गया है। A2 का मतलब जिस विच बीज, खाद, लेबर तो होर लागतां नूं शामिल किया गया है। तो A2 प्लस FL मतलब कि फैमिली लेबर, परिवारिक लेबर, जिस विच परिवारिक लेबर की लागत कीमत शामिल है। तो तीजा जिहड़ा C2 जिस विच A2 प्लस FL तो उपर अते जमीनी जायदादां ते जमीन अते व्याज शामिल है। तो आज तुहानूं सारियां दोवें क्लीयर होईयां। तो ये तुहानूं दोनों चीज़ां दस्सियां गईयां कि की फार्मूले स्वामीनाथन कमीशन च बनाए गए। सारणी 2 विच हाड़ी दी प्रमुख फसलों की साल 1920 दौरान प्रति क्विंटल MSP का वेरवा भी दिता गया। इत्थे जिक्रयोग कि खेती लागतां अते कीमतां कमीशन वालों सिफारिश की MSP A2 अते परिवारिक किरत या परिवारिक लेबर जिवें 50% आधारित रकम तो काफ़ी ज़्यादा है। पर जे C2 लागतां जमा 50% आधारित MSP दी जाए तो वह इस तो भी ज़्यादा है। जिवें कि सारणी दे कालम नंबर 5 विच दर्शाया गया। कालम 5 और कालम 2 विचला अंतर A2 FL जमा 50% आधारित MSP और C2 50% आधारित MSP के अंतर को दसदा है। कनक विच यह अंतर 169 रुपये प्रति क्विंटल है, जबकि जौ विच 431 रुपये। इस तरह सरों तोरीए विच 716 रुपये, छोलियां ते मसरां 1137 रुपये। सारणी 1 और सारणी 2 खेती लागतां ते कीमतां कमीशन वालों सिफारिश की MSP आधारित MSP के अंतर तो स्पष्ट है कि किसानों को स्वामीनाथन MSP मिलता है। जे मिलता तो पूरे देश के किसानों को कई लाख करोड़ का वाधू फायदा हो सकता सी। हुण इस स्वामीनाथन कमीशन की रिपोर्ट को पंजाब के पक्ष तो वेखे तो आप गल करांगे। साल 1920 दौरान MSP 1800 कनक झोने की 1840 रुपये प्रति क्विंटल सिफारिश की गई सी। C2 लागत 1339 रुपये प्रति क्विंटल है। इस 50% जोड़ के 2009 रुपये बनती है। दोवें कीमतां अंतर 169 रुपये प्रति क्विंटल है। जो प्रति टन 1690 रुपये बनता है। अगे ध्यान रखना जी, साल 1819 की हाड़ी की मंडीकरण सीजन दौरान पंजाब की मंडियों में कनक की आमद 173 लाख टन सी। जे आप तकरीबन 173 लाख को 1690 रुपये नाल गुना किया जाए तो यह रकम 2090 करोड़ बनती है। दूजे शब्दों में जे कनक की स्वामीनाथन MSP दी जाती तो केवल साल 1920 दौरान पंजाब के किसानों को 2020 करोड़ होर रकम मिल जाती। इस कनक और झोने पर कीमतां तो अंतर का जोड़ 14,296 करोड़ रुपए बनता है। इस तरह डॉक्टर अशोक गुलाटी की इंडियन एक्सप्रेस 7 दिसंबर में एक रिपोर्ट छपी सी, जिस मुताबक केंद्र सरकार वालों पंजाब के किसानों को खादां उपर 5,000 करोड़ रुपए की सबसिडी दी गई। जे आप उपरोक्त डॉक्टर गुलाटी सानू दसी गई रकम भी घटा दईए 9296 करोड़ रुपए भी बाकी बनते हैं। स्पष्ट है कि जे पंजाब के किसानों को स्वामीनाथन MSP दी जाती और 5,000 करोड़ की सबसिडी ना भी दी जाती तो भी उन्होंने केवल एक साल दौरान कनक झोने में ही 9299 करोड़ रुपए का होर फायदा होना सी। पिछले तकरीबन 10 सालों तो किसान स्वामीनाथन MSP की मांग कर रहे हैं। तुसीं आपे हिसाब लाओ
ਜੇਕਰ ਕਿਸਾਨਾਂ ਨੇ ਸਵਾਮੀਨਾਥਨ MSP ਨਾ ਮਿਲਣ ਕਰਕੇ ਇੰਨਾ ਵੱਡਾ ਨੁਕਸਾਨ ਹੋਇਆ ਹੈ। ਜੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਫਸਲਾਂ ਉੱਪਰ ਸਵਾਮੀਨਾਥਨ ਮਤਲਬ ਕਿ C2 ਪਲੱਸ 50% MSP ਦਿੱਤੀ ਜਾਵੇ ਤਾਂ ਹਿਸਾਬ ਲਾ ਲਵੋ ਕਿਸਾਨਾਂ ਨੂੰ ਕਈ ਲੱਖਾਂ ਕਰੋੜਾਂ ਦਾ ਫਾਇਦਾ ਹੋਣਾ ਸੀ। ਇੱਥੇ ਇੱਕ ਗੱਲ ਹੋਰ ਕਿ ਜੇ ਖਾਦਾਂ ਉੱਪਰ ਸਬਸਿਡੀ ਨਾ ਦਿੱਤੀ ਜਾਂਦੀ ਤਾਂ ਇਸ ਨੂੰ ਕਿਸਾਨਾਂ ਦੀ ਲਾਗਤ ਵਿੱਚ ਗਿਣ ਕੇ ਲਾਗਤ ਮਿਥਿਆ ਜਾਂਦੀਆਂ ਸਨ ਅਤੇ ਕੀਮਤਾਂ ਹੋਰ ਵੀ ਵੱਧ ਸਕਦੀਆਂ ਸੀ। ਉਸ ਆਧਾਰ 'ਤੇ MSP ਨਿਰਧਾਰਿਤ ਕੀਤੀ ਜਾਂਦੀ ਤਾਂ ਉਪਰੋਕਤ ਦੱਸੀ ਸਵਾਮੀਨਾਥਨ MSP ਹੋਰ ਵੀ ਜ਼ਿਆਦਾ ਹੁੰਦੀ। ਅਤੇ ਇੱਕ ਗੱਲ ਹੋਰ ਕਿ ਕਿਸੇ ਨੂੰ ਵੀ ਕੁਝ ਪਤਾ ਨਹੀਂ ਕਿਸਾਨਾਂ ਨੂੰ ਸਬਸਿਡੀ ਦੇ ਨਾਂ 'ਤੇ ਦਿੱਤੀਆਂ ਖਾਦਾਂ ਦੀ ਕੀਮਤਾਂ ਕਿੰਨੀਆਂ ਵਧਾ ਚੜ੍ਹਾ ਕੇ ਤੈਅ ਕੀਤੀਆਂ ਜਾਂਦੀਆਂ ਹਨ। ਇਹ ਵੀ ਇੱਕ ਰਿਸਰਚ ਦਾ ਮੁੱਦਾ ਬਣਦਾ। ਇਸ 'ਤੇ ਵੀ ਆਪਾਂ ਬਾਅਦ 'ਚੋਂ ਕੋਈ ਗੱਲ ਕਰਾਂਗੇ। ਅਤੇ ਫਿਰ ਉਸ ਵਿੱਚੋਂ ਸਬਸਿਡੀ ਦਿੱਤੀ ਜਾਂਦੀ ਹੋਵੇ, ਅਜਿਹਾ ਵਰਤਾਰਾ ਹੋਣਾ ਵੀ ਸੁਭਾਵਿਕ ਨਹੀਂ। ਕੁਝ ਵੀ ਹੋ ਸਕਦਾ ਇਸ ਵੇਲੇ। ਅਜਿਹਾ ਹੋਣ ਦੀ ਸੂਰਤ ਵਿੱਚ ਕੀ ਪਤਾ ਖਾਦਾਂ ਉੱਪਰ ਸਬਸਿਡੀ ਵੀ ਇੱਕ ਤਰੀਕੇ ਨਾਲ ਖਾਦਾਂ ਦੇ ਉਤਪਾਦਕਾਂ ਨੂੰ ਹੀ ਚਲੀ ਜਾਂਦੀ ਹੋਵੇ ਕਿ ਸਬਸਿਡੀ ਕਿੱਧਰ ਨੂੰ ਜਾ ਰਹੀ ਹੈ ਕਿਸੇ ਨੂੰ ਨਹੀਂ, ਕੁਛ ਨਹੀਂ ਪਤਾ ਇਸ ਵੇਲੇ। ਜੇ ਕਿਸਾਨਾਂ ਨੂੰ ਸਬਸਿਡੀ ਨਾ ਦਿੱਤੀ ਜਾਵੇ ਤਾਂ ਉਦਯੋਗਾਂ ਲਈ ਕੱਚਾ ਮਾਲ ਅਤੇ ਉਪਭੋਗੀਆਂ ਲਈ ਅਨਾਜ ਵੀ ਮਹਿੰਗਾ ਹੋ ਜਾਵੇਗਾ। ਸੋ ਕੁੱਲ ਮਿਲਾ ਕੇ ਸਾਰਾ ਭਾਰ ਕਿਸਾਨਾਂ ਉੱਪਰ ਹੀ ਪਾਇਆ ਜਾ ਰਿਹਾ ਹੈ। ਇਹ ਇਕੱਲਾ ਭਾਰ ਹੀ ਨਹੀਂ ਪਾਇਆ ਜਾ ਰਿਹਾ, ਉੱਪਰੋਂ ਕਿਸਾਨਾਂ ਉੱਪਰ ਸਬਸਿਡੀ ਦਾ ਅਹਿਸਾਨ ਵੀ ਜਤਾਇਆ ਜਾ ਰਿਹਾ। ਹੁਣ ਇਹ ਸੋਚਣ ਦੀ ਲੋੜ ਹੈ ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਬਾਰੇ ਕਿੰਨੇ ਵੱਡੇ ਭੁਲੇਖੇ ਪਾਏ ਜਾ ਰਹੇ ਹਨ। ਦੇਸ਼ ਵਾਸੀਆਂ ਨੂੰ ਇਹ ਜਤਾਇਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਕਿੰਨੀ ਵੱਡੀ ਰਕਮ ਸਬਸਿਡੀ ਵਜੋਂ ਦਿੱਤੀ ਜਾ ਰਹੀ ਹੈ। ਕਿਸਾਨਾਂ ਨੂੰ ਮਿਲਣ ਵਾਲੀ ਸਬਸਿਡੀ ਤਾਂ ਸਬਸਿਡੀ ਹੈ, ਪਰ ਉਦਯੋਗਪਤੀ ਨੂੰ ਮਿਲਣ ਵਾਲੀ ਸਬਸਿਡੀ ਉਤਸ਼ਾਹਿਤ ਰਕਮ ਵਿਖਾਉਂਦੀ ਹੈ। ਕਮਾਲ ਦਾ ਦੋਹਰਾ ਮਾਪਦੰਡ ਹੈ। ਇਸ ਤੋਂ ਵੀ ਉੱਪਰ ਬੈਂਕਾਂ ਦੇ NP ਦੀ ਜੇ ਗੱਲ ਕਰੀਏ, ਪਿਛਲੇ 5-6 ਸਾਲਾਂ ਦੌਰਾਨ ਹੀ 2 ਕਰੋੜ ਤੋਂ ਵੱਧ ਕੇ ਹੁਣ 10 ਲੱਖ ਕਰੋੜ ਤੱਕ ਪਹੁੰਚ ਚੁੱਕਿਆ ਹੈ। ਇਹਨਾਂ ਵਪਾਰੀਆਂ ਦੀ ਵਨ ਟਾਈਮ ਸੈਟਲਮੈਂਟ ਕਰਨ ਵਾਸਤੇ ਕਰਜ਼ਾਈ ਉਦਯੋਗਪਤੀਆਂ ਅਤੇ ਵੱਡੇ ਵਪਾਰੀਆਂ ਨੂੰ 45% ਲੈ ਕੇ ਬਾਕੀ ਦਾ 55% ਮੁਆਫ ਕੀਤਾ ਜਾ ਰਿਹਾ ਹੈ। ਪਰ ਕਿਸਾਨਾਂ ਦੇ ਕਰਜ਼ਾ ਮੁਆਫੀ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਦਰਅਸਲ ਹੁਣ ਇਸ ਸਾਰੇ ਕੁਝ ਦਾ ਲੇਖਾ ਜੋਖਾ ਕਰਨ ਦਾ ਸਮਾਂ ਆ ਗਿਆ ਹੈ। ਇਸ ਅੰਦੋਲਨ ਨੇ ਸਾਰੇ ਸਮਾਜ ਦੀਆਂ ਅੱਖਾਂ ਖੋਲ੍ਹੀਆਂ ਅਤੇ ਸਾਰੇ ਹੀ ਲੋਕਾਂ ਨੂੰ ਜਾਗਰੂਕ ਕੀਤਾ ਹੈ ਕਿ ਇਹ ਸਿਰਫ ਕਿਸਾਨਾਂ ਦਾ ਅੰਦੋਲਨ ਹੀ ਨਹੀਂ, ਇਸ ਨਾਲ ਆਮ ਪਬਲਿਕ ਦੇ ਵੀ ਬਹੁਤ ਬੁਰਾ ਅਸਰ ਪੈਣ ਵਾਲਾ ਹੈ। ਇਸ ਨੂੰ ਬੜਾ ਵਿਚਾਰਨ ਦੀ ਲੋੜ ਹੈ। ਕਿਸਾਨ ਮਜ਼ਦੂਰ, ਛੋਟੇ ਵਪਾਰੀ, ਛੋਟੇ ਕਾਰਖਾਨੇਦਾਰ ਅਤੇ ਛੋਟੇ ਦੁਕਾਨਦਾਰਾਂ ਦੀ ਲੁੱਟ ਖਸੁੱਟ ਕਰਕੇ ਵੱਡੇ ਵੱਡੇ ਉਦਯੋਗ ਘਰਾਣਿਆਂ ਨੂੰ ਮੁਨਾਫਾ ਦੇਣਾ ਹੁਣ ਬੰਦ ਕਰਨਾ ਪਊਗਾ। ਅਜਿਹਾ ਹੋਣ ਨਾਲ ਹੀ ਲੋਕਾਂ ਦਾ ਜੀਵਨ ਪੱਧਰ ਉੱਚਾ ਹੋ ਜਾਵੇਗਾ। ਮੇਰੀ ਗੱਲਾਂ ਨਾਲ ਹੀ ਆਮਦਨ ਦੁੱਗਣੀ ਨਹੀਂ ਹੋਣੀ ਅਤੇ ਨਾ ਹੀ ਕੇਵਲ ਕਿਸਾਨਾਂ ਦੇ ਖਾਤੇ ਵਿੱਚ 6,000 ਰੁਪਏ ਦੀ ਸਾਲਾਨਾ ਰਕਮ ਜਮ੍ਹਾਂ ਕਰਾਉਣ ਨਾਲ ਉਹਨਾਂ ਦੀ ਆਮਦਨ ਦੁੱਗਣੀ ਹੋਣੀ ਹੈ। ਦਰਅਸਲ ਸਭ ਦਾ ਸਾਥ, ਸਭ ਦਾ ਵਿਕਾਸ ਤਾਂ ਹੀ ਹੋਵੇਗਾ ਜੇ ਦੇਸ਼ ਦਾ ਹਰ ਵਰਗ ਵਿਕਾਸ ਵਿੱਚ ਭਾਗੀਦਾਰ ਹੋਵੇਗਾ। ਅਜਿਹਾ ਹੋਣ ਨਾਲ ਉਹਨਾਂ ਦੀ ਖਰੀਦ ਸ਼ਕਤੀ ਵਧੇਗੀ ਅਤੇ ਮੌਜੂਦਾ ਉਪਭੋਗ ਆਧਾਰਿਤ ਵਿਕਾਸ ਮੰਡਲ ਟਿਕ ਸਕੇਗਾ। ਸੋ ਸਰਕਾਰ ਨੂੰ ਵੀ ਇਹਨਾਂ ਸਾਰੇ ਪਹਿਲੂਆਂ 'ਤੇ ਸੋਚਣ ਦੀ ਲੋੜ ਹੈ। ਕਿਸਾਨਾਂ ਦੇ ਨਾਲ ਨਾਲ ਆਮ ਨਾਗਰਿਕਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਕਿਸਾਨਾਂ ਨੂੰ ਕਿਉਂ ਲੋੜ ਪਈ ਸੜਕਾਂ 'ਤੇ ਆਉਣ ਦੀ, ਇਸ ਵਿੱਚ ਕਿੰਨਾ ਹੇਰ-ਫੇਰ ਹੈ। ਸਰਕਾਰ ਦੁਆਰਾ ਦਾਅਵੇ ਕੀਤੇ ਜਾ ਰਹੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਜਾਂ ਕਿਸਾਨਾਂ ਨੂੰ MSP ਦਿੱਤੇ ਜਾਣ ਬਾਰੇ ਸੱਚਾਈ ਕੀ ਹੈ, ਇਸ ਨੂੰ ਧਿਆਨ ਨਾਲ ਸੁਣਨਾ, ਅੱਗੇ ਵੀ ਸ਼ੇਅਰ ਕਰੋ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਇਸ ਰਿਪੋਰਟ ਦੀਆਂ ਸਿਫਾਰਸ਼ਾਂ ਕਿੰਨੀਆਂ ਕੁ ਲਾਗੂ ਹੋ ਗਈਆਂ ਜਾਂ ਕਿਸਾਨਾਂ ਨੂੰ ਜਿਹੜੀ ਸਬਸਿਡੀਆਂ ਮਿਲ ਰਹੀਆਂ ਉਹਦਾ ਕਿਹਨੂੰ ਫਾਇਦਾ ਮਿਲ ਰਿਹਾ ਹੈ। ਧੰਨਵਾਦ। ਅਗਲਾ ਮੁੱਦਾ ਨਵਾਂ ਲੈ ਕੇ ਆਵਾਂਗੇ ਅਤੇ ਵੇਖਦੇ ਰਹੋ ਅਤੇ ਨੋਟੀਫਿਕੇਸ਼ਨ ਦੀ ਬੈਲ ਆਈਕਨ ਨੂੰ ਜ਼ਰੂਰ ਦਬਣਾ ਤਾਂ ਕਿ ਤੁਹਾਨੂੰ ਵੀਡੀਓ ਸਮੇਂ ਸਿਰ ਨਵੀਆਂ ਮਿਲ ਸਕਣ। ਧੰਨਵਾਦ ਜੀ।